ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਵਿਆਕਰਣ ਭਾਗ ਦਾ ਪ੍ਰਸ਼ਨ ਕਰਾਂਗੇ। ਚਿੱਠੀ ਪੱਤਰ ਲਿਖਣ ਕਲਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸੰਚਾਰ ਸਾਧਨ ਉਪਲਬਧ ਹੋ ਚੁੱਕੇ ਨੇ, ਜਿਸ ਦੇ ਨਾਲ ਅਸੀਂ ਆਪਣੇ ਮਨ ਦੇ ਵਿਚਾਰ ਜਾਂ ਆਪਣਾ ਸੁਨੇਹਾ ਦੂਰ ਦੁਰਾਡੇ ਬੈਠੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਪਹੁੰਚਾ ਦਿੰਦੇ ਹਾਂ। ਬਹੁਤ ਆਸਾਨੀ ਦੇ ਨਾਲ ਇਲੈਕਟ੍ਰੋਨਿਕ ਉਪਕਰਨਾਂ ਨੂੰ ਵਰਤ ਕੇ ਇਹ ਕੰਮ ਚੰਦ ਮਿੰਟਾਂ ਦੇ ਵਿੱਚ ਹੋ ਜਾਂਦਾ ਹੈ। ਪਰ ਜਦੋਂ ਹਾਲੇ ਸਾਡੇ ਕੋਲ ਵਿਗਿਆਨ ਨਹੀਂ ਸੀ ਆਇਆ ਤਾਂ ਉਸ ਸਮੇਂ ਸੰਚਾਰ ਸਾਧਨਾਂ ਦੇ ਵਿੱਚ ਇੱਕ ਸਾਡੇ ਕੋਲ ਮਹੱਤਵਪੂਰਨ ਸਾਧਨ ਸੀ ਚਿੱਠੀ ਪੱਤਰ। ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਵੀ ਇਸ ਚਿੱਠੀ ਪੱਤਰ ਦੀ ਅਹਿਮੀਅਤ ਘੱਟ ਨਹੀਂ ਹੋਈ, ਕਿਉਂਕਿ ਸਰਕਾਰੀ ਦਰਬਾਰੇ ਜਦੋਂ ਵੀ ਅਸੀਂ ਕੋਈ ਆਪਣਾ ਕੰਮ ਕਰਵਾਉਣਾ ਹੁੰਦਾ ਹੈ ਜਾਂ ਕਿਸੇ ਨੂੰ ਕੋਈ ਬੇਨਤੀ ਪੱਤਰ ਕਰਨੀ ਹੁੰਦੀ ਹੈ ਤਾਂ ਉਸ ਵੇਲੇ ਇਸ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਸੋ ਆਓ, ਚਿੱਠੀ ਪੱਤਰ ਲਿਖਣਾ ਵੀ ਇੱਕ ਕਲਾ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਕਿਵੇਂ ਲਿਖਣਾ ਆ, ਤੁਹਾਡੇ ਇਮਤਿਹਾਨੀ ਦ੍ਰਿਸ਼ਟੀਕੋਣ ਤੋਂ ਕੁਝ ਧਿਆਨਯੋਗ ਔਰ ਧਿਆਨ ਦੇ ਵਿੱਚ ਰੱਖਣ ਯੋਗ ਨੁਕਤੇ ਜਿਹੜੇ ਹੈ ਉਹ ਤੁਸੀਂ ਯਾਦ ਰੱਖਣੇ ਹੈ। ਆਓ ਕਰਦੇ ਹਾਂ ਚਿੱਠੀ ਪੱਤਰ। ਸਭ ਤੋਂ ਪਹਿਲਾਂ ਜੀ ਅਸੀਂ ਕਰ ਚੁੱਕੇ ਹਾਂ ਨਿੱਜੀ ਪੱਤਰ, ਤੁਹਾਡੇ ਸਿਲੇਬਸ ਦਾ ਇੱਕ ਪਾਰਟ ਹਿੱਸਾ। ਹੁਣ ਦੂਸਰਾ ਹਿੱਸਾ ਹੈ ਦਫ਼ਤਰੀ ਪੱਤਰ। ਦਫ਼ਤਰੀ ਪੱਤਰ ਬਹੁਤ ਸਾਰੇ ਹੋ ਸਕਦੇ ਨੇ, ਜਿੱਦਾਂ ਕਿ ਗੈਰ ਸਰਕਾਰੀ, ਸਰਕਾਰੀ ਜਾਂ ਵਪਾਰਕ ਪੱਤਰ, ਜਾਂ ਫਿਰ ਅਸੀਂ ਆਪਣੀ ਕੋਈ ਗੱਲ ਅਖਬਾਰ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣੀ ਹੋਵੇ। ਇਸ ਤਰ੍ਹਾਂ ਇਹ ਦਫ਼ਤਰੀ ਪੱਤਰ ਜਿਹੜੇ ਹੈ ਉਹ ਲਿਖੇ ਜਾਂਦੇ ਨੇ। ਇਹਦੇ ਵਿੱਚ ਤੁਹਾਡੇ ਲਈ ਵਿਸ਼ਾ ਰੱਖਿਆ ਗਿਆ ਹੈ ਕਿ ਸਿੱਖਿਆ ਮੰਤਰੀ ਨੂੰ ਇਲਾਕੇ ਵਿੱਚ ਲੜਕੀਆਂ ਲਈ ਹਾਈ ਸਕੂਲ ਖੋਲ੍ਹਣ ਸੰਬੰਧੀ ਬੇਨਤੀ ਪੱਤਰ ਲਿਖਣਾ। ਇਹ ਵੀ ਇੱਕ ਦਫ਼ਤਰੀ ਪੱਤਰ ਹੈ। ਅਸੀਂ ਸਰਕਾਰੀ ਵਿਭਾਗ ਦੇ ਦਫ਼ਤਰ ਦੇ ਵਿੱਚ ਆਪਣਾ ਇਹ ਜਿਹੜਾ ਸੁਨੇਹਾ ਆ ਉਹ ਪਹੁੰਚਾਉਣਾ ਹੈ, ਆਪਣੀ ਬੇਨਤੀ ਰੱਖਣੀ ਹੈ ਉਹਨਾਂ ਦੇ ਸਾਹਮਣੇ। ਆਰੰਭ ਭਾਗ। ਚਿੱਠੀ ਦੇ ਲਿਖਣ ਦੇ ਕੁਝ ਨਿਯਮ ਹੁੰਦੇ ਨੇ। ਆਰੰਭ ਭਾਗ, ਮੱਧ ਭਾਗ ਅਤੇ ਅੰਤ ਭਾਗ, ਅਖੀਰ ਦੇ ਵਿੱਚ। ਠੀਕ ਹੈ ਜੀ। ਸਟਾਰਟਿੰਗ ਦੇ ਵਿੱਚ, ਸ਼ੁਰੂ ਦੇ ਵਿੱਚ ਭੇਜਣ ਵਾਲੇ ਦਾ ਪਤਾ ਲਿਖਿਆ ਜਾਂਦਾ ਹੈ। ਬੇਟਾ ਜੀ ਇੱਥੇ ਮੈਂ ਹੁਣ ਪ੍ਰੀਖਿਆ ਭਵਨ ਲਿਖਿਆ ਹੋਇਆ, ਕੇਂਦਰ ਡੈਸ਼ ਡੈਸ਼ ਕੇਂਦਰ ਡੈਸ਼ ਡੈਸ਼ ਸ਼ਹਿਰ ਅਤੇ ਅਖੀਰ ਦੇ ਵਿੱਚ ਮਿਤੀ। ਇਹ ਭੇਜਣ ਵਾਲੇ ਦਾ ਪਤਾ। ਇਹ ਪ੍ਰੀਖਿਆ ਭਵਨ ਔਰ ਖਾਲੀ ਥਾਂ ਛੱਡੀ ਹੋਈ ਹੈ, ਕੇਂਦਰ ਲਿਖਿਆ ਆ। ਕਹਿਣ ਤੋਂ ਭਾਵ ਇਹ ਹੈ ਕਿ ਇਹ ਤੁਹਾਡੇ ਇਮਤਿਹਾਨੀ ਦ੍ਰਿਸ਼ਟੀਕੋਣ ਤੋਂ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਪੱਤਰ ਹੈ ਆਪਾਂ ਲਿਖ ਰਹੇ ਹਾਂ। ਬੋਰਡ ਦੀ ਪ੍ਰੀਖਿਆ ਦੇ ਵਿੱਚ ਤੁਹਾਨੂੰ ਯਾਦ ਰਹੇ ਕਿ ਕਿਸੇ ਵੀ ਚਿੱਠੀ ਪੱਤਰ ਦੇ ਵਿੱਚ ਆਪਣੀ ਜਾਣ ਪਛਾਣ ਕਰਵਾਉਂਦਾ ਕੋਈ ਵੀ ਸ਼ਬਦ ਆਪਣਾ ਪਤਾ, ਆਪਣਾ ਨਾਮ, ਆਪਣਾ ਸ਼ਹਿਰ ਜਾਂ ਸਕੂਲ ਦਾ ਨਾਮ ਆਦਿ ਨਹੀਂ ਲਿਖਣਾ। ਸਗੋਂ ਇਸ ਦੀ ਥਾਂ 'ਤੇ ਜੋ ਤੁਹਾਨੂੰ ਇਹ ਪਤਾ ਦਿਖਾਇਆ ਗਿਆ ਹੈ, ਭੇਜਿਆ ਜਾ ਰਿਹਾ ਹੈ, ਲਿਖਿਆ ਹੋਇਆ ਹੈ, ਉਸ ਨੂੰ ਹੀ ਲਿਖਣਾ ਹੈ। ਪ੍ਰੀਖਿਆ ਭਵਨ ਡੈਸ਼ ਡੈਸ਼ ਕੇਂਦਰ ਡੈਸ਼ ਸ਼ਹਿਰ ਅਤੇ ਉਸ ਦਿਨ ਦੀ ਮਿਤੀ ਪਾਓਗੇ ਜਿਸ ਦਿਨ ਤੁਸੀਂ ਆਪਣਾ ਪੱਤਰ ਜਿਹੜਾ ਹੈ ਉਹ ਲਿਖ ਰਹੇ ਹੋ। ਅੱਗੋਂ ਚਿੱਠੀ ਪ੍ਰਾਪਤ ਕਰਨ ਵਾਲੇ ਦਾ ਪਤਾ। ਦੂਸਰਾ ਪਤਾ, ਸਿਰਨਾਮਾ, ਇਹ ਸਾਰਾ ਆਰੰਭ ਭਾਗ ਦੇ ਵਿੱਚ ਹੀ ਆਵੇਗਾ। ਭੇਜਣ ਵਾਲੇ ਦਾ ਪਤਾ ਲਿਖਣ ਤੋਂ ਬਾਅਦ ਹੇਠਾਂ ਸੇਵਾ ਵਿਖੇ ਮਾਣਯੋਗ ਸਿੱਖਿਆ ਮੰਤਰੀ ਸਾਹਿਬ। ਅਸੀਂ ਹਾਈ ਸਕੂਲ ਖੋਲ੍ਹਣ ਦੀ ਗੱਲ ਕਰ ਰਹੇ ਹਾਂ। ਸਕੂਲ ਖੋਲ੍ਹਣ ਲਈ ਫਿਰ ਅਸੀਂ ਐਜੂਕੇਸ਼ਨ ਮਿਨਿਸਟਰ ਤੱਕ ਹੀ ਪਹੁੰਚ ਕਰਾਂਗੇ। ਸਿੱਖਿਆ ਮੰਤਰੀ ਸਾਹਿਬ, ਪੰਜਾਬ ਸਰਕਾਰ, ਕਿਹੜੇ ਵਿਭਾਗ ਦੇ ਵਿੱਚ ਉਹ ਕੰਮ ਕਰ ਰਹੇ ਨੇ, ਬ੍ਰੈਕਟ ਦੇ ਵਿੱਚ ਅਸੀਂ ਉਹਨੂੰ ਲਿਖ ਦੇਣਾ ਹੈ ਸਿੱਖਿਆ ਵਿਭਾਗ ਔਰ ਡੈਸ਼ ਡੈਸ਼ ਸ਼ਹਿਰ। ਇਹ ਹੈ ਜੀ ਚਿੱਠੀ ਪ੍ਰਾਪਤ ਕਰਨ ਵਾਲੇ ਦਾ ਪਤਾ। ਅਗਲੀ ਸਲਾਈਡ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਇੱਕ ਤਰਤੀਬਵਾਰ ਦਿੱਤੀ ਗਈ ਹੈ ਕਿ ਉਸ ਨੂੰ ਦੋਨਾਂ ਪਤਿਆਂ ਨੂੰ, ਦੋਨੋਂ ਸਿਰਨਾਮਿਆਂ ਨੂੰ ਤੁਸੀਂ ਕਿਵੇਂ ਲਿਖਣਾ ਹੈ। ਉੱਪਰ ਸ਼ੁਰੂਆਤ ਕਰਨੀ ਹੈ ਭੇਜਣ ਵਾਲੇ ਦੇ ਪਤੇ ਦੇ ਨਾਲ
और नाल ही बिना कोई लाइन छड्डे, बिना कोई खाली थां छड्डे उस तो बाद चिट्ठी प्राप्त करन वाले का समा पता जिहड़ा आ वो लिखिया जाना चाहिदा है। उस तो बाद आ जाता है जी विशा। असी किस विषय के बारे उन्हां दे नाल गलबात करनी है। विशा जिहड़ा सबजैक्ट आ जिहड़ा साडा वो बहुत ही थोड़े शब्दों के विच साफ ते स्पष्ट हो जाना चाहिदा है। विशा इलाके विच लड़कियां लई हाई स्कूल खोलण संबंधी। उस तो बाद श्रीमान जी। ये श्रीमान जी शब्द बेटा शिष्टाचारक शब्द वजों वरतिया जाता है जिस व्यक्ति के नाल असी गल कर रहे हाँ। जेकर वो व्यक्ति सामने वाला चिट्ठी प्राप्त करन वाला मेल है तो असी उहदे लई श्रीमान जी शब्द वरतांगे, ते जेकर वो फीमेल परसन है तो असी उन्हां दे लई श्रीमती जी शब्द की वरतों करांगे। इसे तरह ही जेकर मैं निजी पत्तर की गल करा तो असी उत्थे संबोधनी शब्द जिहड़े वरतते हैं। निजी पत्तर असी अपने परसनल जिहड़े साडे रिश्ते नाते हुंदे आ निजी तौर पे पिता माता चाचा ताया जी भैन भरा ते उन्हां नूं असी संबोधन करके जदों लिखते हैं सत्कारयोग पिता जी सत्कारयोग माता जी सत श्री अकाल। ये उस तरह ही है कि हुण असी सरकारी विभाग के किसी कर्मचारी दे नाल गलबात कर रहे हैं तो श्रीमान जी। ते इस स्लाइड दे विच पूरी तरतीबवार जिहड़ी है आरंभ भाग पता तो पहले पते तो लैके श्रीमान जी तक का जिहड़ा तरतीब है वो तुहानूं दिखाई दे रहा है। अगला है जी नुक्ते। ये नुक्ते की ने? नुक्ते जिस तरह कि तुसी छोटियां जमातां दे विच करदे ही आए हो, तुहानूं उसका हिंट दे दिता जाएगा कि इस पत्तर दे विच तुसी किहड़ियां गल्लां दा जिक्र करना है। शुरुआत करनी है निमरता दे नाल। बेनती कर रहे हो तुसी अपनी अर्जोई कर रहे हो सिक्ख्या मंत्री दे अगे कि मैं इस डैश इलाके का रहन वाला है। इत्थे स्पेस बेटा इत्थे इलाका भी तुसी मैंशन नहीं करना क्योंकि तुहानूं मैं पहलां भी दस चुकी हैं कि बोर्ड की प्रीखिया के लिहाज तो असी अपना कोई भी पता जिहड़ा आ शहर का नाम स्कूल का नाम जां अपना ही घर का पता एड्रैस वो नहीं लिखना। इसनूं तुसी खाली छड्ड सकदे हो जां इस दी जगह ते ऊड़ा ऐड़ा ईड़ी अखर जिहड़े वो भर सकते हो। फिर उस तो बाद अगे असी सारियां स्थितियां का वर्णन करना है कि पिछले काफ़ी सालों तो समय तो इस इलाके दे विच लड़कियां लई सिक्ख्या लई कोई भी प्रबंध नहीं है, स्कूल नहीं है। उन्होंने एजुकेशन लैण लई सिक्ख्या प्राप्त करने लई दूर दुराडे इलाके तो बाहर जाना पैंदा है जिस दे नाल उन्होंने काफ़ी दिक्कतों का सामना करना पैंदा है, परेशानियों का सामना करना पैंदा है। सो जो भी तुहाडे अपने निजी विचार होणगे तुसी इन्हां नुक्तियां दे आधार ते अपने जिहड़े विचार आ वो विषय दे विच मध भाग इसनूं कहा जाता है उहदे विच बयान करने हन, लिखने हन। ते अखीर दे विच उन्हां दा धन्नवाद करते हुए कि उम्मीद करदा हाँ कि तुसी साडी इस समस्या का हल जल्द तो जल्द करोगे। इन्हां शब्दों के नाल ही मैं आप जी का अति धन्नवादी होवांगा। इस तरह तुसी पूरी लाइन भी लिख सकते हो। जेकर पूरी लाइन नहीं लिखनी तो इसनूं थोड़े शब्दों के विच भी लिखा जा सकता है धन्नवाद सहित। उस तो बाद मध्य भाग तो बाद विषा सारा लिखण तो बाद भी किस चीज़ के बारे याद करनी आपां गल कर रहे हाँ। अखीर दे विच इहदा अंत भाग जदों चिट्ठी आपां बंद कर दिती है तो आप जी का विश्वास पात्र इलाका जां मुहल्ला निवासी अगे नाम की जगह ते ऊड़ा ऐड़ा ईड़ी। इत्थे बेटा जी एक गल मैं होर दसनी चाहांगी। इलाका जां मुहल्ला निवासी आप जी दा विश्वास पात्र लिखिया मतलब इक्को परसन जिहड़ा आ वो इक्को ही व्यक्ति निजी तौर पे चिट्ठी लिख रहा है, इस करके उसने आप जी दा लगाया है। ते मुहल्ला निवासी जेकर असी समूह इलाका निवासियों के वलों लिख रहे हाँ
ਸਾਡੇ ਨਾਲ ਹੋਰ ਵੀ ਕੋਈ ਵਿਅਕਤੀ ਜੁੜੇ ਹੋਏ ਹਨ ਜੋ ਇਸ ਸਮੱਸਿਆ ਦੇ ਸੰਬੰਧੀ ਆਪਣੀ ਹਾਮੀ ਭਰ ਰਹੇ ਹਨ, ਤਾਂ ਅਸੀਂ ਤੁਹਾਨੂੰ ਇਸ ਸਲਾਈਡ ਦੇ ਵਿੱਚ ਦਿਖਾਈ ਦੇ ਰਿਹਾ ਹੋਵੇਗਾ ਕਿ ਆਪ ਜੀ ਦੇ ਵਿਸ਼ਵਾਸ ਪਾਤਰ। ਫਿਰ ਜਦੋਂ ਤੁਸੀਂ ਇਕੱਠੇ ਹੋ ਕੇ ਆਪਣੀ ਲੈਟਰ ਲਿਖ ਰਹੇ ਹੋ, ਚਿੱਠੀ ਲਿਖ ਰਹੇ ਹੋ, ਤਾਂ ਦੇ ਸ਼ਬਦ ਲਗਾਇਆ ਜਾਏਗਾ। ਸੰਬੰਧਕ ਤਾਂ ਸਮੂਹ, ਇਲਾਕਾ ਜਾਂ ਮੁਹੱਲਾ ਨਿਵਾਸੀ। ਸਮੂਹ ਤੋਂ ਭਾਵ ਇਕੱਠੇ, ਠੀਕ ਹੈ ਜੀ। ਸਭ ਦੀ ਜਿਹੜੀ ਹੈ ਇਸ ਚਿੱਠੀ ਦੇ ਵਿੱਚ ਹਾਜ਼ਰੀ ਲਗਾਈ ਗਈ ਹੈ। ਤਾਂ ਉਸ ਤੋਂ ਬਾਅਦ ਊੜਾ, ਐੜਾ, ਈੜੀ। ਇਸ ਤਰ੍ਹਾਂ ਇੱਕ ਚਿੱਠੀ ਪੱਤਰ ਨੂੰ ਲਿਖਣ ਦੀ ਜਿਹੜੀ ਰੂਪ ਰੇਖਾ ਆ ਉਹ ਸਾਡੇ ਕੋਲ ਤਿਆਰ ਹੋ ਜਾਂਦੀ ਹੈ। ਇੱਕ ਨੋਟ ਕਰਨ ਵਾਲੀ ਵਿਦਿਆਰਥੀਓ ਤੁਹਾਡੇ ਲਈ ਇਹ ਵੀ ਗੱਲ ਹੈ, ਆਪਾਂ ਉੱਪਰ ਗੱਲ ਕੀਤੀ ਹੈ ਆਰੰਭ ਭਾਗ ਦੇ ਵਿੱਚ ਕਿ ਅਸੀਂ ਪ੍ਰੀਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪ੍ਰੀਖਿਆ ਕੇਂਦਰ, ਪ੍ਰੀਖਿਆ ਭਵਨ ਡੈਸ਼ ਡੈਸ਼ ਕੇਂਦਰ ਔਰ ਡੈਸ਼ ਡੈਸ਼ ਸ਼ਹਿਰ ਲਿਖਣਾ ਹੈ। ਪਰ ਮੈਂ ਦੱਸਣਾ ਚਾਹਾਂਗੀ, ਜੇਕਰ ਤੁਹਾਡੇ ਪ੍ਰਸ਼ਨ ਪੱਤਰ ਦੇ ਵਿੱਚ ਚਿੱਠੀ ਪੱਤਰ ਵਾਲੇ ਪ੍ਰਸ਼ਨ ਦੇ ਵਿੱਚ ਭੇਜਣ ਵਾਲੇ ਦਾ ਅਤੇ ਪ੍ਰਾਪਤ ਕਰਨ ਵਾਲੇ ਦੇ ਦੋਵਾਂ ਦੇ ਪਤੇ ਦਿੱਤੇ ਹੋਣ, ਤਾਂ ਤੁਸੀਂ ਇਸ ਉੱਤਰ ਨੂੰ ਹੱਲ ਕਰਦੇ ਸਮੇਂ ਉਹ ਹੀ ਪਤੇ ਲਿਖਣੇ ਹਨ ਜੋ ਤੁਹਾਨੂੰ ਪ੍ਰਸ਼ਨ ਪੱਤਰ ਦੇ ਵਿੱਚ ਦੱਸੇ ਗਏ ਹੋਣਗੇ। ਸੋ ਉਪਰੋਕਤ ਨੁਕਤਿਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਤੁਸੀਂ ਇਸ ਚਿੱਠੀ ਪੱਤਰ ਨੂੰ ਪੂਰਾ ਕਰਨਾ ਹੈ। ਧੰਨਵਾਦ।